ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰਿ ਸੁਭਾ ਚਿੰਤਾ ਲਾਹੇ ਹਮਾਰੀ ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰਿ ਸੁਭਾ ਚਿੰਤਾ ਲਾਹੇ ਹਮਾਰੀ ਅਵਰ ਨ ਸੂਝੈ ਦੂਜੀ ਠਾਹਰ ਠਾਰ ਪਰਿਉ ਤਉ ਦੁਆਰੀ ਲੇਖਾ ਛੋੜ ਅਲੇਖਹਿ ਛੂਟਹਿ ਹਮ ਨਿਰਗੁਣ ਲਿਹੋ ਉਬਾਰੀ ਸਾਧ ਬਖਸ਼ਿੰਦ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਉ ਰਾਖ ਲਿਹੋ ਇਹ ਬਾਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਰਖਿਆਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਰਖਿਆਨ ਸਤਿ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਗੁਰਤਾ ਗੱਦੀ ਤੇ ਵਿਰਾਜਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਇਮਾਨ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀਓ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਹੈ ਜੋ ਸਾਨੂੰ ਜ਼ਿੰਦਗੀ ਦੇ ਪਲਾਂ ਦੇ ਵਿੱਚੋਂ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਇਹ ਸਤਿਗੁਰਾਂ ਦੀ ਬੜੀ ਮਿਹਰ ਹੈ ਤੇ ਅਨੰਤ ਕਿਰਪਾਲਤਾ ਹੈ ਜੋ ਕਲਯੁਗ ਦੇ ਚੱਲ ਰਹੇ ਭਿਆਨਕ ਸਮੇਂ ਦੇ ਵਿੱਚ ਗੁਰ ਚਰਨਾਂ ਦੇ ਵਿੱਚ ਬੈਠਣ ਦਾ ਕਥਾ ਕੀਰਤਨ ਸਰਵਣ ਕਰਨ ਦਾ ਇਹ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ। ਇਹ ਸਤਿਗੁਰਾਂ ਦੀ ਬਖਸ਼ਿਸ਼ ਹੈ। ਤੋ ਸਾਧ ਸੰਗਤ ਜੀ ਇਹ ਸਤਿਗੁਰਾਂ ਦੀ ਕਿਰਪਾ ਹੈ। ਇੱਕ ਤੇ ਸਤਿਗੁਰਾਂ ਦੀ ਕਿਰਪਾ ਹੈ ਸਤ ਸੰਗਤ ਦੀ ਪ੍ਰਾਪਤੀ ਹੋ ਰਹੀ ਹੈ। ਦੂਜਾ ਜੋ 84 ਲੱਖ ਜੂਨ ਦੇ ਵਿੱਚ ਸਾਨੂੰ ਇਹ ਮਾਨਸ ਤਨ ਪ੍ਰਾਪਤ ਹੋਇਆ ਹੈ, ਮਨੁੱਖਾ ਸਰੀਰ ਪ੍ਰਾਪਤ ਹੋਇਆ ਹੈ। ਇਹ ਵੀ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਹੈ।
ਉਸ ਅਕਾਲ ਪੁਰਖ ਵਾਹਿਗੁਰੂ ਦੀ ਇਤਨੀ ਕਿਰਪਾ ਹੈ ਜੋ ਅਸੀਂ ਬਿਆਨ ਨਹੀਂ ਕਰ ਸਕਦੇ, ਵਰਣਨ ਨਹੀਂ ਕਰ ਸਕਦੇ। ਤੋ ਐਸਾ ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ, ਦੇਹੋ ਦਰਸ ਹਰ ਰਾਇਆ। ਐਸਾ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਇਹ ਮਾਨੁਸ਼ ਤਨ ਪ੍ਰਾਪਤ ਹੋਇਆ, ਮਨੁੱਖਾ ਸਰੀਰ ਪ੍ਰਾਪਤ ਹੋਇਆ। ਪਰ ਇਹ ਕਾਹਦੇ ਵਾਸਤੇ ਪ੍ਰਾਪਤ ਹੋਇਆ? ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ। ਭਾਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਹਜ਼ੂਰ ਪਾਤਸ਼ਾਹ ਦੇ ਵਚਨ ਨੇ ਕਿ ਇਹ ਜਿਹੜਾ ਮਨੁੱਖਾ ਸਰੀਰ ਤੈਨੂੰ ਪ੍ਰਾਪਤ ਹੋਇਆ ਹੈ, ਹਰੀ ਅਕਾਲ ਪੁਰਖ ਵਾਹਿਗੁਰੂ ਗੋਬਿੰਦ ਜੋ ਧਰਤੀ ਦੀ ਪਾਲਣਾ ਕਰਨ ਵਾਲਾ, ਸਾਡੇ ਇੰਦਰੀਆਂ ਨੂੰ ਚੇਤਨਤਾ ਦੇਣ ਵਾਲਾ, ਵੇਦਾਂ ਸ਼ਾਸਤਰਾਂ ਕਰਕੇ ਜੋ ਜਾਣਨੇ ਯੋਗ ਪਰਮੇਸ਼ਰ ਵਾਹਿਗੁਰੂ ਗੋਬਿੰਦ ਹੈ, ਉਹਦੀ ਪ੍ਰਾਪਤੀ ਦਾ ਸਮਾਂ ਹੈ। ਇਹ ਮਨੁੱਖਾ ਸਰੀਰ ਸਾਨੂੰ ਪ੍ਰਾਪਤ ਹੋਇਆ ਹੈ। ਤੋ ਐਸਾ ਸਾਧ ਸੰਗਤ ਜੀ ਗੁਰ ਕਿਰਪਾ ਤੇ ਨਾਮ ਵਖਾਣ, ਐਸਾ ਇਹ ਸੰਤ ਕਿਰਪਾ ਤੇ ਨਾਮ ਧਿਆਈ ਹੈ। ਅਲੱਗ ਅਲੱਗ ਤਰ੍ਹਾਂ ਦੀ ਕਿਰਪਾ ਹੈ। ਜਦੋਂ ਇਹ ਸਾਰੀਆਂ ਕਿਰਪਾ ਹੋ ਜਾਂਦੀਆਂ ਨੇ, ਫੇਰ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੀਵ ਜੁੜਦਾ ਹੈ। ਸੋ ਮਨੁੱਖਾ ਸਰੀਰ ਦੀ ਪ੍ਰਾਪਤੀ ਵੀ ਉਸ ਅਕਾਲ ਪੁਰਖ ਦੀ ਕਿਰਪਾ ਹੈ। ਤੇ ਜਿਹੜੇ ਸਾਡੇ ਸਰੀਰ ਦੇ ਅੰਗ ਸਹੀ ਸਲਾਮਤ ਨੇ, ਉਹ ਵੀ ਹਰੀ ਅਕਾਲ ਪੁਰਖ ਦੀ ਕਿਰਪਾ ਹੈ। ਤੇ ਜਿਹੜਾ ਗੁਰਸਿੱਖਾਂ ਦੇ ਘਰੇ ਸਾਡਾ ਜਨਮ ਹੋ ਜਾਣਾ ਹੈ, ਇਹ ਵੀ ਅਕਾਲ ਪੁਰਖ ਦੀ ਅਤਿਅੰਤ ਕਿਰਪਾਲਤਾ ਕਿਰਪਾ ਹੈ। ਤੇ ਜਿਹੜਾ ਇਸ ਕਲਯੁਗ ਦੇ ਘੋਰ ਸਮੇਂ ਦੇ ਵਿੱਚ ਅੰਮ੍ਰਿਤ ਛਕ ਲੈਣਾ, ਗੁਰੂ ਵਾਲੇ ਬਣ ਜਾਣਾ, ਇਹ ਵੀ ਕਿਰਪਾ ਹੈ। ਤੇ ਜੋ ਆਪਾਂ ਸਾਧ ਸੰਗਤ ਜੀ ਹੁਣ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਵਿਰਾਜੇ ਆ, ਸਤਿਗੁਰਾਂ ਦੀ ਗੁਰਬਾਣੀ, ਸਤਿਗੁਰਾਂ ਦੇ ਕੀਰਤਨ ਔਰ ਕਥਾ ਦੇ ਨਾਲ ਜੁੜਨ ਦਾ ਇਹ ਸਮਾਂ ਪ੍ਰਾਪਤ ਹੋਇਆ। ਇਹ ਵੀ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਦੀ ਅਕਾਲ ਪੁਰਖ ਦੀ ਬੇਅੰਤ ਕਿਰਪਾਲਤਾ ਹੈ। ਸੋ ਐਸੀ ਕਿਰਪਾ ਕਰ ਰਹੇ ਨੇ ਜੋ ਕਲਯੁਗ ਦੇ ਸਮੇਂ ਦੇ ਵਿੱਚ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਰਹੇ ਨੇ। ਸੋ ਗੁਰਬਾਣੀ ਦੀ ਵਿਚਾਰ, ਇਤਿਹਾਸਕ ਵਿਚਾਰਾਂ ਦੇ ਨਾਲ ਸਾਂਝ ਪਾਈਏ। ਪਰ ਸਾਂਝ ਪਾਉਣ ਤੋਂ ਪਹਿਲਾਂ ਮਨ ਦੀ ਇਕਾਗਰਤਾ ਵਾਸਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਾਉਂਦਿਆਂ ਹੋਇਆਂ, ਚਿੱਤ ਨੂੰ ਇਕਾਗਰ ਕਰਦੇ ਹੋਏ, ਰਸਨਾ ਨੂੰ ਪਵਿੱਤਰ ਕਰਦੇ ਹੋਏ, ਸਾਰੀ ਸੰਗਤ ਨੇ ਫਤਿਹ ਦਾ ਜਵਾਬ ਫਤਿਹ ਦੇ ਵਿੱਚ ਜਵਾਬ ਦੇਣਾ ਹੈ। ਤੋ ਕਰੋ ਕਿਰਪਾ ਜੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜੁੜ ਬੈਠੇ ਆ। ਗੁਰੂ ਮਹਾਰਾਜ ਜੀ ਕਿਰਪਾ ਕਰਨ ਥੋੜੇ ਸਮੇਂ ਤੋਂ ਬਹੁਤਾ ਲਾਹਾ ਪ੍ਰਾਪਤ ਹੋਵੇ। ਤੋ ਇਹ ਮਨ ਸਾਧ ਸੰਗਤ ਜੀ ਸਾਡਾ ਡੋਲਣ ਵਾਲਾ ਹੈ, ਪੈਰ ਪੈਰ ਤੇ ਡੋਲਦਾ ਹੈ। ਕਦੇ ਕਿਸੇ ਪਦਾਰਥਾਂ ਨੂੰ ਦੇਖ ਕੇ ਡੋਲ ਜਾਂਦਾ ਹੈ, ਕਦੇ ਕਿਸੇ ਤਰ੍ਹਾਂ ਦੀ ਕੋਈ ਗੱਲ ਸਰਵਣ ਕਰਕੇ ਡੋਲ ਜਾਂਦਾ ਹੈ, ਕਦੇ ਪਦਾਰਥਾਂ ਦੇ ਮਗਰ ਲੱਗ ਕੇ ਡੋਲਦਾ ਹੈ, ਕਦੇ ਮਾਇਆ ਦੇ ਮਗਰ ਲੱਗ ਕੇ ਡੋਲਦਾ ਹੈ। ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ, ਸਤ ਸੰਗਤ ਮਹਾਰਾਜ ਜੀ ਦੀ ਪ੍ਰਾਪਤੀ ਹੋ ਜਾਵੇ। ਸਤ ਸੰਗਤ ਸਾਧ ਪਾਈ ਵਡ ਭਾਗੀ, ਮਨ ਚਲ ਤੋ ਭਇਓ ਅਰੂੜਾ। ਐਸੀ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਹੋ ਜਾਂਦੀ ਹੈ ਜਦੋਂ ਸਤ ਸੰਗਤ ਦੇ ਵਿੱਚ ਜੁੜਦੇ ਆ। ਤੇ ਮਹਾਰਾਜ ਕਹਿੰਦੇ ਸਾਡਾ ਚੱਲਦਾ ਹੋਇਆ ਮਨ ਜੇ ਚਲਾਇਮਾਨ ਮਨ ਹੈ, ਜਿਸ ਦੇ ਬਾਰੇ ਮਹਾਰਾਜ ਕਹਿੰਦੇ ਨੇ ਇਹ ਮਨ ਚੰਚਲਾ, ਚਤੁਰਾਈ ਕਿਰੈ ਨਾ ਪਾਇਆ। ਇਹ ਮਨ ਬੜਾ ਚੰਚਲ ਹੈ, ਮਨ ਬੜੀਆਂ ਚਤੁਰਾਈਆਂ ਕਰਦਾ ਹੈ। ਪਰ ਸਾਧ ਸੰਗਤ ਜੀ ਚਤੁਰਾਈਆਂ ਦੇ ਨਾਲ, ਬੁੱਧੀ ਦੀਆਂ ਸਿਆਣਪਾਂ ਦੇ ਨਾਲ, ਆਪਣੀ ਅਕਲ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਤੋਂ ਵਾਂਝੇ ਰਹਿ ਕਰਕੇ ਪਰਮੇਸ਼ਰ ਵਾਹਿਗੁਰੂ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸਿਆਣਪ ਕਾਹੂ ਕਾਵ ਨ ਆਤ, ਜੋ ਅਨਰੂਪਿਓ ਠਾਕੁਰ ਮੇਰਾ ਹੋਏ ਰਹੀ ਉਹ ਬਾਤ। ਐਸਾ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਸਿਆਣਪਾਂ, ਚਤੁਰਾਈਆਂ ਕਿਸੇ ਵੀ ਕੰਮ ਨਹੀਂ ਆਉਂਦੀਆਂ। ਜੋ ਠਾਕੁਰ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਉਹੋ ਹੀ ਹੁੰਦਾ ਹੈ। ਤੋ ਐਸਾ ਹੀ ਮਨ ਬੜਾ ਚੰਚਲ ਹੈ, ਬੜੀਆਂ ਚਤੁਰਾਈਆਂ ਕਰਦਾ ਹੈ। ਵਿਦਵਾਨ ਪੁਰਸ਼ ਕਹਿੰਦੇ ਨੇ ਮਨ ਇਸ ਤਰ੍ਹਾਂ ਦੇ ਨਾਲ ਡੋਲਦਾ ਹੈ ਜਿਵੇਂ ਕਹਿੰਦੇ ਪਿੱਪਲ ਦਾ ਪੱਤਾ ਹੁੰਦਾ ਹੈ ਜੋ ਬਿਲਕੁਲ ਕੋਮਲ ਹੁੰਦਾ ਹੈ, ਸਭ ਤੋਂ ਉੱਪਰ ਥੋੜੀ ਜਿਹੀ ਹਵਾ ਹੋਵੇ ਉਹਦੇ ਨਾਲ ਵੀ ਡੋਲਦਾ ਰਹਿੰਦਾ। ਕਹਿੰਦੇ ਇਹ ਮਨ ਉਸ ਤਰ੍ਹਾਂ ਦੇ ਨਾਲ ਡੋਲਦਾ ਹੈ।
ਫਿਰ ਵਿਦਵਾਨ ਪੁਰਸ਼ ਕਹਿੰਦੇ ਜਿਵੇਂ ਨਿਸ਼ਾਨ ਸਾਹਿਬ ਦਾ ਫਰਲਾ ਹੁੰਦਾ ਹੈ, ਉਹ ਵੀ ਡੋਲਦਾ ਰਹਿੰਦਾ ਹੈ, ਕਦੇ ਉਹ ਥਿਰ ਨਹੀਂ ਰਹਿੰਦਾ। ਇਸੇ ਪ੍ਰਕਾਰ ਸਾਡਾ ਮਨ ਵੀ ਡੋਲਦਾ ਰਹਿੰਦਾ ਹੈ। ਫਿਰ ਵਿਦਵਾਨ ਪੁਰਸ਼ ਕਹਿੰਦੇ ਜਿਵੇਂ ਅਸਮਾਨ ਦੇ ਵਿੱਚੋਂ ਬਿਜਲੀ ਕੜਕਦੀ ਹੈ, ਸਕਿੰਟ ਸਮੇਂ ਦੇ ਵਿੱਚ ਆ ਕੇ ਚਲੀ ਜਾਂਦੀ ਹੈ, ਇਸ ਤਰ੍ਹਾਂ ਦੇ ਨਾਲ ਇਹ ਮਨ ਡੋਲਦਾ ਹੈ। ਤਾਂ ਜਿਸ ਤਰ੍ਹਾਂ ਦੇ ਨਾਲ ਕੱਛੂ ਆਪਣੀ ਸਰੀ ਕੱਢਦਾ ਹੈ ਔਰ ਅੰਦਰ ਕਰਦਾ ਹੈ, ਇਸ ਤਰ੍ਹਾਂ ਦੇ ਨਾਲ ਮਨ ਡੋਲਦਾ ਹੈ। ਐਸਾ ਸਾਧ ਸੰਗਤ ਜੀ ਵਿਦਵਾਨ ਪੁਰਸ਼ਾਂ ਨੇ ਇਹ ਮਨ ਦੀਆਂ ਚੰਚਲਤਾਈਆਂ ਦੱਸੀਆਂ ਨੇ ਕਿ ਇਸ ਤਰ੍ਹਾਂ ਦੇ ਨਾਲ ਇਹ ਮਨ ਡੋਲਦਾ ਹੈ। ਸੰਤ ਗਿਆਨੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਸਾਹਿਬ ਖਾਲਸਾ ਪਿੰਡਰਾਂ ਵਾਲੇ, ਉਹਨਾਂ ਮਹਾਂਪੁਰਖਾਂ ਦੇ ਬਚਨ ਨੇ ਕਿ ਦੁਨੀਆ ਦੇ ਉੱਪਰ ਸਭ ਤੋਂ ਤੇਜ਼ ਚੀਜ਼ਾਂ ਚੱਲਦੀਆਂ ਨੇ। ਆਪਾਂ ਕਹਿੰਦੇ ਆ ਕਿ ਬੰਦੂਕ ਦੀ ਗੋਲੀ ਬਹੁਤ ਤੇਜ਼ ਚੱਲਦੀ ਹੈ, ਇੱਕ ਗਿਣਨ ਤੋਂ ਪਹਿਲਾਂ ਆਪਣੇ ਨਿਸ਼ਾਨੇ ਤੇ ਪਹੁੰਚ ਜਾਂਦੀ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਨਿਗਾਹ ਨੂੰ ਬੜਾ ਤੇਜ਼ ਮੰਨਿਆ ਗਿਆ ਕਿ ਨਿਗਾਹ ਜੋ ਹੈ ਇੱਕ ਸਮੇਂ ਦੇ ਵਿੱਚ ਕਰੋੜਾਂ ਮੀਲਾਂ ਦਾ ਸਫ਼ਰ ਤੈਅ ਕਰ ਲੈਂਦੀ ਹੈ। ਪਰ ਮਨ ਸਾਧ ਸੰਗਤ ਜੀ ਇਹ ਸਭ ਤੋਂ ਚੰਚਲ, ਦੀ ਸਪੀਡ ਸਭ ਤੋਂ ਜ਼ਿਆਦਾ ਹੈ। ਆਪਾਂ ਇੱਥੇ ਬੈਠਿਆਂ ਜੇ ਕਿਤੇ ਇੰਡੀਆ ਦਾ ਫੁਰਨਾ ਬਣਾਉਂਦੇ ਆ ਤੇ ਮਨ ਸਕਿੰਟ ਦੇ ਵਿੱਚ ਉੱਥੇ ਪਹੁੰਚ ਜਾਂਦਾ ਹੈ। ਜਿੱਥੇ ਨੂੰ ਵੀ ਆਪਾਂ ਚੀਜ਼ਾਂ ਵੇਖੀਆਂ ਨੇ, ਜਿਨ੍ਹਾਂ ਦੇ ਦਰਸ਼ਨ ਕੀਤੇ ਨੇ, ਤਾਂ ਇੱਕ ਸਕਿੰਟ ਸਮੇਂ ਦੇ ਵਿੱਚ ਮਨ ਉੱਥੇ ਪਹੁੰਚ ਜਾਂਦਾ ਹੈ। ਤੇ ਇਸ ਕਰਕੇ ਇਹ ਮਨ ਸਾਧ ਸੰਗਤ ਜੀ ਬਹੁਤ ਹੀ ਚੰਚਲ ਡੋਲਣ ਵਾਲਾ ਮਨ ਹੈ। ਸੰਤ ਗਿਆਨੀ ਕਰਤਾਰ ਸਿੰਘ ਮਹਾਂਪੁਰਖ ਕਹਿੰਦੇ ਇਹ ਮਨ ਜੋ ਹੈ ਪਾਰੇ ਦੀ ਤਰ੍ਹਾਂ ਹੈ। ਪਾਰਾ ਸਾਧ ਸੰਗਤ ਜੀ ਕੁਝ ਕੁ ਜਿਹਾ ਲਿਆ ਹੋਵੇ, ਕੱਚਾ ਪਾਰਾ ਹੋਵੇ, ਉਹ ਪਾਰੇ ਨੂੰ ਆਪਣੀ ਉਂਗਲ ਦੇ ਥੱਲੇ ਦਬਾਇਆ ਜਾਵੇ ਤੇ ਉਹ ਪਾਰਾ ਸਾਧ ਸੰਗਤ ਜੀ ਕਦੇ ਉਂਗਲ ਦੇ ਥੱਲੇ ਨਹੀਂ ਆਉਂਦਾ, ਕਦੀ ਸੱਜੇ ਜਾਂ ਖੱਬੇ ਪਾਸੇ ਨੂੰ ਤਿਲਕ ਜਾਂਦਾ ਹੈ। ਇਸੇ ਪ੍ਰਕਾਰ ਸਾਡਾ ਇਹ ਮਨ ਕੱਚਾ, ਜਿਹੜਾ ਗੁਰਮਤਿ ਦੇ ਸਾਂਚੇ ਦੇ ਵਿੱਚ ਨਹੀਂ ਢਲਿਆ, ਉਹ ਸਤਿਗੁਰੂ ਮਹਾਰਾਜ ਜੀ ਦੀ ਦੱਸੀ ਹੋਈ ਮਰਿਆਦਾ ਰੂਪੀ ਉਂਗਲੀ ਦੇ ਥੱਲੇ ਨਹੀਂ ਆਉਂਦਾ ਹੈ। ਤਾਂ ਮਰਿਆਦਾ ਥੱਲੇ ਨਾ ਆਉਣ ਕਰਕੇ ਮਨ ਜੋ ਹੈ ਡੋਲਦਾ ਰਹਿੰਦਾ ਹੈ। ਤਾਂ ਸਾਧ ਸੰਗਤ ਜੀ ਮਹਾਂਪੁਰਖ ਅਲੰਕਾਰ ਕਰਦੇ ਇਸ ਗੱਲ ਦਾ ਕਿ ਮਨ ਜਿਹੜਾ ਹੈ ਤਾਂ ਪਾਰੇ ਦੀ ਤਰ੍ਹਾਂ ਕਿਸ ਤਰ੍ਹਾਂ ਹੈ। ਤਾਂ ਸਾਧ ਸੰਗਤ ਜੀ ਮਨ ਪਾਰੇ ਦੀ ਤਰ੍ਹਾਂ ਹੈ ਤੇ ਪਾਰਾ ਕੱਚਾ ਹੋਵੇ ਤੇ ਉਹ ਡੋਲਦਾ ਰਹਿੰਦਾ ਹੈ। ਦੂਜਾ ਸਾਧ ਸੰਗਤ ਜੀ ਕੱਚਾ ਪਾਰਾ ਹੋਵੇ ਤੇ ਉਹਦਾ ਮੁੱਲ ਹੁੰਦਾ ਕੇਵਲ 2 ਪੈਸੇ। ਤੇ ਤੀਜਾ ਸਾਧ ਸੰਗਤ ਜੀ ਕੱਚਾ ਪਾਰਾ ਜੇ ਕੋਈ ਖਾ ਲਵੇ ਤੇ ਉਹਦੇ ਅੰਦਰ ਬਦਹਜ਼ਮੀ ਪੈਦਾ ਕਰ ਦਿੰਦਾ ਹੈ, ਉਹਦੇ ਅੰਦਰ ਨੂੰ ਪਾੜ ਕੇ ਰੱਖ ਦਿੰਦਾ ਹੈ। ਤਾਂ ਇਸੇ ਪ੍ਰਕਾਰ ਸਾਧ ਸੰਗਤ ਜੀ ਸਾਡਾ ਮਨ ਹੈ। ਤੇ ਜਦੋਂ ਸਾਧ ਸੰਗਤ ਜੀ ਇਹ ਮਨ ਜਿਵੇਂ ਕੱਚਾ ਪਾਰਾ, ਜਦੋਂ ਉਸ ਨੂੰ ਮਾਰ ਲਿਆ ਜਾਂਦਾ ਹੈ, ਉਸ ਨੂੰ ਕਿਸੇ ਵੈਦ ਦੇ ਕੋਲ ਜਾ ਕੇ ਉਹਦੀ ਦੱਸੀ ਹੋਈ ਮਰਿਆਦਾ ਦੇ ਅਨੁਸਾਰ ਉਹਨੂੰ ਜੜੀ ਬੂਟੀ ਪਾ ਕੇ ਉਹਨੂੰ ਖਰਲ ਕਰ ਲਿਆ ਜਾਂਦਾ ਹੈ। ਤਾਂ ਇਸ ਤਰ੍ਹਾਂ ਦੇ ਨਾਲ ਭੱਠੀ ਤੇ ਸੇਕ ਦੇ ਕਰਕੇ ਉਸ ਪਾਰੇ ਨੂੰ ਮਾਰ ਲਿਆ ਜਾਂਦਾ ਹੈ, ਸ਼ੁੱਧ ਕਰ ਲਿਆ ਜਾਂਦਾ ਹੈ। ਤੇ ਉਹੀ ਪਾਰਾ ਸਾਧ ਸੰਗਤ ਜੀ ਜਿੱਥੇ ਸਰੀਰ ਨੂੰ ਨੁਕਸਾਨ ਦਿੰਦਾ ਹੈ, ਜਿੱਥੇ ਸਾਧ ਸੰਗਤ ਜੀ ਉਹ ਪਾਰਾ ਡੋਲਦਾ ਹੈ, ਉਹ ਪਾਰਾ ਸਥਿਰ ਹੋ ਜਾਂਦਾ ਹੈ। ਔਰ ਪਾਰਾ ਜਿੱਥੇ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ, ਉੱਥੇ ਸਾਧ ਸੰਗਤ ਜੀ ਸੋਧਿਆ ਹੋਇਆ ਪਾਰਾ ਜੇ ਥੋੜਾ ਜਿਹਾ ਵੀ ਖਾ ਲਿਆ ਜਾਵੇ, ਉਸ ਵੇਲੇ ਸਰੀਰ ਦੇ ਅੰਦਰ ਹਜਮ ਸ਼ਕਤੀ ਪੈਦਾ ਕਰ ਦਿੰਦਾ ਹੈ। ਔਰ ਇਸੇ ਪ੍ਰਕਾਰ ਸ਼ੁੱਧ ਪਾਰੇ ਨੂੰ ਥੋੜਾ ਜਿਹਾ ਖਾ ਲਿਆ ਜਾਵੇ ਤੇ ਹਾਥੀ ਦੇ ਨਾਲ ਮੁਕਾਬਲਾ ਕਰਨ ਦਾ ਬਲ ਆ ਜਾਂਦਾ ਹੈ। ਇਸੇ ਪ੍ਰਕਾਰ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਮਨ ਪਾਰਾ ਗੁਰਮਤਿ ਵਸ ਆਵੇ। ਇਹ ਮਨ ਜਿਹੜਾ ਸਾਡੇ ਪਾਰੇ ਦੀ ਤਰ੍ਹਾਂ ਹੈ, ਪਰ ਗੁਰੂ ਦੀ ਮੱਤ ਦੇ ਅਨੁਸਾਰ ਚੱਲਦਿਆਂ ਹੋਇਆਂ ਇਹ ਸਾਡਾ ਮਨ ਰੂਪੀ ਪਾਰਾ ਵਸ ਦੇ ਵਿੱਚ ਆਉਂਦਾ ਹੈ। ਔਰ ਇਹ ਮਨ ਰੂਪੀ ਪਾਰਾ ਸ਼ੁੱਧ ਹੁੰਦਾ ਹੈ। ਦੁਨਿਆਵੀ ਪਾਰਾ ਸਾਧ ਸੰਗਤ ਜੀ ਉਹਨੂੰ ਸੋਧਣ ਵਾਸਤੇ ਖਰਲ ਦੇ ਵਿੱਚ ਪਾਇਆ ਜਾਂਦਾ ਹੈ, ਸੁਨਹਿਰਾ ਰੱਖਿਆ ਜਾਂਦਾ ਹੈ। ਉਸ ਪਾਰੇ ਨੂੰ ਮਾਰਨ ਵਾਸਤੇ ਫਿਰ ਜੜੀ ਬੂਟੀ ਪਾ ਦਿੱਤੀ ਜਾਂਦੀ, ਹਰਾ ਰੰਗ ਹੁੰਦਾ ਇਸ ਜੜੀ ਬੂਟੀ ਦਾ। ਫਿਰ ਕਾਫੀ ਸਮੇਂ ਵਾਸਤੇ ਉਸ ਪਾਰੇ ਨੂੰ ਖਰਲ ਕੀਤਾ ਜਾਂਦਾ ਹੈ। ਜਦੋਂ ਉਹ ਪਾਰੇ ਨੂੰ ਸਾਧ ਸੰਗਤ ਜੀ ਖਰਲ ਕਰਦਿਆਂ ਉਸ ਵੇਲੇ ਪਾਰੇ ਦਾ ਰੰਗ ਖਤਮ ਹੋ ਜਾਵੇ ਤੇ ਕੇਵਲ ਜੜੀ ਬੂਟੀ ਦਾ ਰੰਗ ਰਹਿ ਜਾਵੇ, ਉਸ ਵੇਲੇ ਜਿਹੜੇ ਵੈਦ, ਡਾਕਟਰ, ਹਕੀਮ ਇਹ ਮੰਨਦੇ ਨੇ ਕਿ ਹੁਣ ਪਾਰਾ ਖਰਲ ਹੋ ਗਿਆ ਹੈ।
ਤੇ ਜਦੋਂ ਸਾਧ ਸੰਗਤ ਜੀ ਪਾਰਾ ਖਰਲ ਹੋ ਜਾਂਦਾ ਹੈ, ਫਿਰ ਉਸ ਨੂੰ ਸੰਪੜ ਦਿੱਤਾ ਜਾਂਦਾ ਹੈ। ਇੱਕ ਕੁੱਜੀ ਦੇ ਵਿੱਚ ਪਾ ਕੇ ਉੱਪਰ ਕੱਚੀ ਮਿੱਟੀ ਦਾ ਲੇਪ ਕਰਕੇ ਭੱਠੀ ਦੇ ਉੱਪਰ ਰੱਖਿਆ ਜਾਂਦਾ ਹੈ ਤੇ ਫਿਰ ਸਾਧ ਸੰਗਤ ਜੀ ਉਹ ਪਾਰਾ ਜਿਹੜਾ ਸ਼ੁੱਧ ਹੁੰਦਾ ਹੈ। ਪਰ ਪਾਰੇ ਨੂੰ ਸ਼ੁੱਧ ਕਰਨ ਲੱਗਿਆ ਇਸ ਗੱਲ ਦਾ ਖਿਆਲ ਰੱਖਿਆ ਜਾਂਦਾ ਹੈ, ਇੱਕ ਤੇ ਇਹ ਹੁੰਦਾ ਹੈ ਕਿ ਸੇਕ ਕਿਤੇ ਘੱਟ ਨਾ ਰਹਿ ਜਾਵੇ ਤੇ ਪਾਰਾ ਕੱਚਾ ਨਾ ਰਹਿ ਜਾਵੇ, ਤੇ ਦੂਜਾ ਸਾਧ ਸੰਗਤ ਜੀ ਇਹ ਹੁੰਦਾ ਹੈ ਕਿ ਪਾਰਾ ਕਿਤੇ ਜ਼ਿਆਦਾ ਅਗਨੀ ਦੇ ਨਾਲ ਉੱਡ ਵੀ ਨਾ ਜਾਵੇ। ਇਹ ਸਾਧ ਸੰਗਤ ਜੀ ਦ੍ਰਿਸ਼ਟਾਂਤ ਹੈ। ਤੇ ਦਾਗ ਦ੍ਰਿਸ਼ਟਾਂਤ ਇਹ ਹੈ ਕਿ ਸਾਡਾ ਮਨ ਰੂਪੀ ਪਾਰਾ ਹੈ। ਤੋ ਸਾਧ ਸੰਗਤ ਜੀ ਦੁਨਿਆਵੀ ਪਾਰੇ ਨੂੰ ਖਰਲ ਕਰਨ ਵਾਸਤੇ ਖਰਲ ਦੇ ਵਿੱਚ ਪਾਇਆ ਜਾਂਦਾ ਹੈ, ਤੇ ਮਨ ਰੂਪੀ ਪਾਰੇ ਨੂੰ ਖਰਲ ਕਰਨ ਵਾਸਤੇ ਸਾਧ ਸੰਗਤ ਰੂਪੀ ਖਰਲ ਦੇ ਵਿੱਚ ਪਾਇਆ ਜਾਂਦਾ ਹੈ। ਜਿਸ ਤਰ੍ਹਾਂ ਦੇ ਨਾਲ ਆਪਾਂ ਹੁਣ ਬੈਠੇ ਆ, ਇਹ ਸਤਿਗੁਰੂ ਮਹਾਰਾਜ ਜੀ ਦੀ ਸਾਧ ਸੰਗਤ ਤੇ ਖਰਲ ਹੈ, ਤੇ ਦੁਨਿਆਵੀ ਪਾਰੇ ਨੂੰ ਰਗੜਨ ਵਾਸਤੇ ਸੁਨਹਿਰੇ ਦੀ ਲੋੜ ਪੈਂਦੀ ਹੈ। ਤੇ ਇਸ ਦੇ ਵਿੱਚ ਸਾਧ ਸੰਗਤ ਜੀ ਮਨ ਰੂਪੀ ਪਾਰੇ ਨੂੰ ਸਾਧ ਸੰਗਤ ਰੂਪੀ ਖਰਲ ਦੇ ਵਿੱਚ ਰਗੜਨ ਵਾਸਤੇ ਨਿਸ਼ਚੈ ਰੂਪੀ ਸੁਨਹਿਰੇ ਦੀ ਲੋੜ ਪੈਂਦੀ ਹੈ ਕਿ ਸਾਡਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਨਿਸ਼ਚਾ ਹੋਵੇ, ਯਕੀਨ ਹੋਵੇ। ਇਹ ਸਾਧ ਸੰਗਤ ਜੀ ਸੁਨਹਿਰਾ ਹੈ। ਔਰ ਇਸੇ ਪ੍ਰਕਾਰ ਸਾਧ ਸੰਗਤ ਜੀ ਜਿਸ ਤਰ੍ਹਾਂ ਦੇ ਨਾਲ ਦੁਨਿਆਵੀ ਪਾਰੇ ਨੂੰ ਰਗੜਨ ਵਾਸਤੇ ਜੜੀ ਬੂਟੀ ਪਾਈ ਜਾਂਦੀ ਹੈ, ਇਸੇ ਪ੍ਰਕਾਰ ਸਾਧ ਸੰਗਤ ਰੂਪੀ ਖਰਲ ਦੇ ਵਿੱਚ ਮਨ ਰੂਪੀ ਪਾਰੇ ਨੂੰ ਰੱਖਦਿਆਂ ਹੋਇਆ ਤੋ ਸਾਧ ਸੰਗਤ ਜੀ ਗੁਰਬਾਣੀ ਰੂਪ ਜਿਹੜੀ ਹੈ ਜੜੀ ਬੂਟੀ ਪਾਈ ਜਾਂਦੀ ਹੈ। ਗੁਰਬਾਣੀ ਦੇ ਕੀਰਤਨ ਦੁਆਰਾ, ਗੁਰਬਾਣੀ ਦੀ ਕਥਾ ਦੁਆਰਾ ਇਸ ਮਨ ਨੂੰ ਜਿਹੜਾ ਰੰਗਿਆ ਜਾਂਦਾ ਹੈ। ਤੇ ਇਸ ਤਰ੍ਹਾਂ ਦੇ ਨਾਲ ਜਦੋਂ ਗੁਰਬਾਣੀ ਰੂਪੀ ਬੂਟੀ ਦੇ ਨਾਲ ਮਨ ਰੂਪੀ ਪਾਰੇ ਨੂੰ ਸਾਧ ਸੰਗਤ ਰੂਪੀ ਖਰਲ ਦੇ ਵਿੱਚ ਖਰਲ ਕੀਤਾ ਜਾਂਦਾ ਹੈ, ਤੇ ਜਿਸ ਤਰ੍ਹਾਂ ਦੇ ਨਾਲ ਦੁਨਿਆਵੀ ਪਾਰੇ ਨੂੰ ਖਰਲ ਕਰਦਿਆਂ ਹੋਇਆ ਜਦੋਂ ਕੇਵਲ ਜੜੀ ਬੂਟੀ ਦਾ ਰੰਗ ਰਹਿ ਜਾਂਦਾ ਹੈ, ਉਸ ਵੇਲੇ ਮੰਨ ਲਿਆ ਜਾਂਦਾ ਹੈ ਕਿ ਜੋ ਪਾਰਾ ਖਰਲ ਹੋ ਗਿਆ ਹੈ। ਇਸੇ ਪ੍ਰਕਾਰ ਮਨ ਰੂਪੀ ਖਾਰਾ ਜਦੋਂ ਗੁਰਬਾਣੀ ਰੂਪੀ ਜੜੀ ਬੂਟੀ ਪਾ ਕੇ ਸਾਧ ਸੰਗਤ ਦੇ ਵਿੱਚ ਖਰਲ ਕੀਤਾ ਜਾਂਦਾ ਹੈ, ਤੇ ਜਿਸ ਵੇਲੇ ਇਹ ਅਵਸਥਾ ਬਣ ਜਾਂਦੀ ਹੈ ਕਿ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ, ਉਸ ਵੇਲੇ ਮੰਨ ਲਿਆ ਜਾਂਦਾ ਹੈ ਕਿ ਸਾਡਾ ਮਨ ਰੂਪੀ ਪਾਰਾ ਖਰਲ ਹੋ ਗਿਆ ਹੈ। ਹੁਣ ਸਾਡਾ ਮਨ ਜਿਹੜਾ ਹੈ ਉਹ ਮਰ ਗਿਆ ਹੈ ਔਰ ਕੇਵਲ ਗੁਰਬਾਣੀ ਰਹਿ ਗਈ ਹੈ, ਗੁਰਬਾਣੀ ਜੀਵਨ ਦਾ ਆਸਰਾ ਬਣ ਗਈ ਹੈ। ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਮਨ ਰੂਪੀ ਪਾਰਾ ਖਰਲ ਹੋਇਆ ਹੈ। ਹੁਣ ਜਿਸ ਤਰ੍ਹਾਂ ਦੇ ਨਾਲ ਦੁਨਿਆਵੀ ਪਾਰੇ ਨੂੰ ਖਰਲ ਕਰਨ ਤੋਂ ਬਾਅਦ ਭੱਠੀ ਤੇ ਚਾੜਿਆ ਜਾਂਦਾ ਹੈ ਕਿ ਇਸ ਮਨ ਰੂਪੀ ਪਾਰੇ ਨੂੰ, ਇਸ ਪਾਰੇ ਨੂੰ ਸ਼ੁੱਧ ਕਰ ਲਿਆ ਜਾਵੇ, ਤੇ ਮਨ ਰੂਪੀ ਪਾਰੇ ਨੂੰ ਵੀ ਸਾਧ ਸੰਗਤ ਜੀ ਤੋ ਇਸ ਤਰ੍ਹਾਂ ਦੇ ਨਾਲ ਭੱਠੀ ਦੇ ਉੱਪਰ ਚਾੜ ਦਿੱਤਾ ਜਾਂਦਾ ਹੈ। ਤੇ ਦੁਨਿਆਵੀ ਪਾਰੇ ਨੂੰ ਸੋਧਣ ਵਾਸਤੇ ਦਰਖਤਾਂ ਦੀਆਂ ਲੱਕੜਾਂ ਪਾਈਆਂ ਜਾਂਦੀਆਂ ਨੇ, ਤੇ ਮਨ ਰੂਪੀ ਪਾਰੇ ਨੂੰ ਸੋਧਣ ਵਾਸਤੇ ਸਰੀਰ ਰੂਪੀ ਭੱਠੀ ਤੇ ਚਾੜ ਕੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਵਿਕਾਰਾਂ ਰੂਪੀ ਲੱਕੜਾਂ ਨੂੰ ਸਾਧ ਸੰਗਤ ਜੀ ਸੱਚ ਬੁੱਝਣ ਆਣ ਜਲਾਈਐ। ਸੱਚੇ ਪਰਮੇਸ਼ਰ ਵਾਹਿਗੁਰੂ ਜੀ ਸਮਝ ਗਿਆਤ ਰੂਪੀ ਤੀਲੀ ਦੇ ਨਾਲ ਵਿਕਾਰਾਂ ਦੀਆਂ ਲੱਕੜਾਂ ਨੂੰ ਸਾੜ ਕੇ ਜਪ ਤਪ ਦੇ ਸੇਕ ਦੇ ਨਾਲ ਇਸ ਮਨ ਰੂਪੀ ਪਾਰੇ ਨੂੰ ਸ਼ੁੱਧ ਕੀਤਾ ਜਾਂਦਾ ਹੈ। ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਕਾਮ ਕ੍ਰੋਧ ਨੂੰ ਸਾੜਦਿਆਂ ਹੋਇਆਂ ਜਪ ਤਪ ਦੇ ਸੇਕ ਦੇ ਨਾਲ ਜਦੋਂ ਸਾਧ ਸੰਗਤ ਜੀ ਮਨ ਰੂਪੀ ਪਾਰੇ ਨੂੰ ਸ਼ੁੱਧ ਕੀਤਾ ਜਾਂਦਾ ਹੈ, ਤੇ ਉਸ ਵੇਲੇ ਇਹ ਖਿਆਲ ਰੱਖਿਆ ਜਾਂਦਾ ਹੈ ਕਿ ਦੁਨਿਆਵੀ ਪਾਰੇ ਦੀ ਤਰ੍ਹਾਂ ਕਿਤੇ ਸਾਡਾ ਮਨ ਰੂਪੀ ਪਾਰਾ ਕੱਚਾ ਨਾ ਰਹਿ ਜਾਵੇ। ਤੋ ਸਾਧ ਸੰਗਤ ਜੀ ਜਿਹੜਾ ਦੁਨਿਆਵੀ ਪਦਾਰਥਾਂ ਦੀ ਇੱਛਾ ਰੱਖਣੀ, ਇਹ ਸਵਰਗ ਦੇ ਪਦਾਰਥਾਂ ਦੀ ਇੱਛਾ ਰੱਖਣੀ, ਇਹ ਮਨ ਦਾ ਕੱਚਾ ਰਹਿਣਾ ਹੈ। ਪਰ ਜਿਨ੍ਹਾਂ ਨੇ ਆਪਣੇ ਮਨ ਨੂੰ ਪਕਾਇਆ ਹੈ ਉਹਨਾਂ ਦੇ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ, ਮੁਕਤ ਬੱਪੜੀ ਭੀ ਗਿਆਨੀ ਤਿਆਗੇ। ਜਿਹੜੇ ਗਿਆਨਵਾਨ ਪੁਰਸ਼ ਜਿਨ੍ਹਾਂ ਨੇ ਆਪਣੇ ਮਨ ਨੂੰ ਸੋਧਿਆ ਹੈ ਉਹ ਮੁਕਤੀ ਦੀ ਇੱਛਾ ਵੀ ਨਹੀਂ ਰੱਖਦੇ। ਜੋ ਸਾਧ ਸੰਗਤ ਜੀ ਸਵਰਗ ਦੀਆਂ ਮੁਕਤੀਆਂ ਮੰਨੀਆਂ ਗਈਆਂ, ਸ਼ਲੋਕ, ਸਮੀਪ, ਸਰੂਪ ਤੇ ਸੁਜਜ, ਇਹਨਾਂ ਮੁਕਤੀਆਂ ਨੂੰ ਵੀ ਗਿਆਨੀ ਪੁਰਸ਼ ਤਿਆਗ ਦਿੰਦੇ ਨੇ। ਪਰ ਸਾਧ ਸੰਗਤ ਦੀ ਭੱਠੀ ਤੇ ਚਾੜਿਆ ਹੋਇਆ
ਗੁਰਬਾਣੀ ਦੇ ਨਾਲ ਮਨ ਨੂੰ ਰਗੜਦਿਆਂ ਹੋਇਆ, ਵਿਕਾਰਾਂ ਦੀਆਂ ਲੱਕੜਾਂ ਦਾ ਸੇਕ ਦਿੰਦਿਆਂ ਹੋਇਆ, ਸੱਚੇ ਪਰਮੇਸ਼ਰ ਦੀ ਗਿਆਤ ਰੂਪੀ ਤੀਲੀ ਦੀ ਅੱਗ ਦਿੰਦਿਆਂ ਹੋਇਆ ਜੇ ਫੇਰ ਵੀ ਸਵਰਗ ਦੀ ਇੱਛਾ ਰਹਿ ਜਾਂਦੀ ਹੈ ਤੇ ਸਮਝ ਲਓ ਕਿ ਇਹ ਮਨ ਜਿਹੜਾ ਹੈ ਕੱਚਾ ਰਹਿ ਗਿਆ ਹੈ। ਤੋ ਇਸ ਤਰ੍ਹਾਂ ਦੇ ਨਾਲ ਤੋ ਖਿਆਲ ਰੱਖਣਾ ਹੈ ਕਿ ਮਨ ਕੱਚਾ ਨਾ ਰਹਿ ਜਾਵੇ, ਮਨ ਰੂਪੀ ਕਪਾਰਾ। ਔਰ ਇਸੇ ਪ੍ਰਕਾਰ ਸਾਧ ਸੰਗਤ ਜੀ ਤੋ ਜਿਹੜਾ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਕਰਕੇ ਹੰਕਾਰ ਕਰਨਾ, ਇਹ ਸਾਧ ਸੰਗਤ ਜੀ ਮਨ ਰੂਪੀ ਪਾਰੇ ਦਾ ਉੱਡ ਜਾਣਾ ਹੈ। ਇਸ ਤਰ੍ਹਾਂ ਦੇ ਨਾਲ ਖਿਆਲ ਕਰਦਿਆਂ ਹੋਇਆ ਜਿਵੇਂ ਕਬੀਰ ਸਾਹਿਬ ਜੀ ਵਚਨ ਕਰਦੇ ਨੇ, ਹਰ ਕਾ ਬਿਲੋਵ ਨਾ ਬਿਲੋਵਹੁ ਮੇਰੇ ਭਾਈ, ਸਹਿਜ ਬਿਲੋਵਹੁ ਜੈਸੇ ਤਪ ਨਾ ਜਾਈ। ਇਸ ਤਰ੍ਹਾਂ ਦੇ ਨਾਲ ਮਨ ਰੂਪੀ ਪਾਰੇ ਨੂੰ ਵੀ ਸਾਧ ਸੰਗਤ ਜੀ ਸੋਧਣਾ ਹੈ ਔਰ ਬਹੁਤ ਹੀ ਤੋ ਧੀਰਜ ਦੇ ਨਾਲ, ਹੌਸਲੇ ਦੇ ਨਾਲ, ਬਿਨਾਂ ਕਿਸੇ ਕਾਹਲੀ ਤੋਂ ਸਾਧ ਸੰਗਤ ਜੀ ਪਰਮੇਸ਼ਰ ਦਾ ਨਾਮ ਜਪਦਿਆਂ ਹੋਇਆ ਮਨ ਰੂਪੀ ਪਾਰੇ ਨੂੰ ਸੰਪੜ ਦੇਣਾ ਹੈ। ਜਪ ਤਪ ਦੀਆਂ ਲੱਕੜਾਂ ਦਾ, ਅਗਨੀ ਦਾ ਸੇਕ ਦੇਣਾ ਤੇ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਨਾਲ ਕਰਦਿਆਂ ਹੋਇਆ ਇਹ ਸਾਡਾ ਮਨ ਰੂਪੀ ਪਾਰਾ ਸ਼ੁੱਧ ਹੋ ਜਾਂਦਾ ਹੈ। ਫਿਰ ਭਾਈ ਗੁਰਦਾਸ ਜੀ ਦੇ ਜਿਵੇਂ ਬਚਨ ਕੇ ਗੁਰਮਤ ਮਨ ਪਾਰਾ ਗੁਰਮਤ ਵਸ ਆਵੇ, ਫਿਰ ਇਹ ਮਨ ਰੂਪੀ ਪਾਰਾ ਵਸ ਦੇ ਵਿੱਚ ਆ ਜਾਂਦਾ ਹੈ। ਮਨ ਰੂਪੀ ਪਾਰਾ ਫਿਰ ਸੋਧਿਆ ਜਾਂਦਾ ਹੈ, ਸ਼ੁੱਧ ਹੋ ਜਾਂਦਾ ਹੈ। ਤੇ ਜਿਸ ਤਰ੍ਹਾਂ ਦੇ ਨਾਲ ਸਾਧ ਸੰਗਤ ਦੀ ਸ਼ੁੱਧ ਪਾਰਾ ਜਦੋਂ ਕਿਤੇ ਕਿਸੇ ਨੂੰ ਥੋੜਾ ਜਿਹਾ ਖਵਾ ਦਿੱਤਾ ਜਾਵੇ ਤੇ ਉਹਦੇ ਅੰਦਰ ਹਜਮ ਸ਼ਕਤੀ ਆ ਜਾਂਦੀ ਹੈ। ਤੇ ਇਸੇ ਤਰ੍ਹਾਂ ਦੇ ਨਾਲ ਗੁਰਮੁਖ ਪਿਆਰੇ ਜਿਨ੍ਹਾਂ ਨੇ ਮਨ ਰੂਪੀ ਪਾਰੇ ਨੂੰ ਸ਼ੁੱਧ ਕੀਤਾ ਹੈ, ਉਹਨਾਂ ਦੇ ਅੰਦਰ ਜਰਨ ਸ਼ਕਤੀ ਆ ਜਾਂਦੀ ਹੈ। ਉਹ ਆਪਣੀਆਂ ਰਹਿਮਤਾਂ ਬਖਸ਼ਿਸ਼ਾਂ ਪਰਮੇਸ਼ਰ ਵੱਲੋਂ ਹੋਈਆਂ ਨੂੰ ਜਰ ਲੈਂਦੇ ਨੇ। ਦੁਨੀਆ ਦੇ ਵਿੱਚ ਦੱਸਦੇ ਨਹੀਂ ਫਿਰਦੇ ਕਿ ਮੈਨੂੰ ਇਹ ਪ੍ਰਾਪਤੀ ਹੋਈ ਹੈ। ਬਾਬਾ ਫਰੀਦ ਜੀ ਕਹਿੰਦੇ ਫਿਰ ਐਸੀ ਅਵਸਥਾ ਤੇ ਪਹੁੰਚ ਜਾਂਦੇ ਨੇ, ਸਬਰ ਅੰਦਰ ਸਾਬਰੀ ਤਨ ਈਵੈ ਜਾ ਲੈਨ, ਹੋਨ ਨਜ਼ੀਕ ਖੁਦਾਏ ਦਾ ਭੇਦ ਨਾ ਕਿਸੈ ਦੇਨ। ਐਸਾ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨੇੜੇ ਹੁੰਦਿਆਂ ਹੋਇਆਂ ਵੀ ਆਪਣਾ ਭੇਦ ਜਿਹੜਾ ਹੈ ਕਿਸੇ ਤਾਈ ਨਹੀਂ ਦਿੰਦੇ। ਐਸਾ ਸਾਧ ਸੰਗਤ ਜੀ ਗੁਰਮਤਿ ਦੇ ਦੁਆਰਾ ਜਿਨ੍ਹਾਂ ਨੇ ਆਪਣੇ ਮਨ ਨੂੰ ਪਾਰੇ ਦੀ ਤਰ੍ਹਾਂ ਸ਼ੁੱਧ ਕੀਤਾ ਹੈ, ਉਹਨਾਂ ਦੀ ਨਿਸ਼ਾਨੀ ਹੈ। ਤੋ ਜਿਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਦੁਨੀਆ ਦੀਆਂ ਨਦੀਆਂ ਚੱਲਦੀਆਂ ਹੋਈਆਂ ਸਮੁੰਦਰ ਦੇ ਵਿੱਚ ਜਾ ਕੇ ਸਮਾ ਜਾਂਦੀਆਂ ਨੇ ਤੇ ਸਮੁੰਦਰ ਕਦੇ ਉਛਲਦਾ ਨਹੀਂ, ਇਸੇ ਤਰ੍ਹਾਂ ਦੇ ਨਾਲ ਫਿਰ ਗੁਰਮੁਖਾਂ ਦਾ ਹਿਰਦਾ ਸਮੁੰਦਰ ਬਣ ਜਾਂਦਾ ਹੈ। ਔਰ ਥੋੜੀ ਬਹੁਤੀ ਰਿੱਧੀਆਂ ਸਿੱਧੀਆਂ ਜਾਂ ਬਖਸ਼ਿਸ਼ਾਂ ਦੀ ਪ੍ਰਾਪਤੀ ਉਹਨਾਂ ਦੇ ਮਨ ਨੂੰ ਉਛਾਲਾ ਨਹੀਂ ਦਿੰਦੀ। ਉਹਨਾਂ ਦਾ ਮਨ ਸਮੁੰਦਰ ਦੀ ਤਰ੍ਹਾਂ ਵਿਸ਼ਾਲ ਔਰ ਸਮੁੰਦਰ ਦੀ ਤਰ੍ਹਾਂ ਅਜਰ ਹੋ ਜਾਂਦਾ ਹੈ, ਜਰਨ ਵਾਲਾ ਹੋ ਜਾਂਦਾ ਹੈ। ਜਿਹੜੀਆਂ ਰਿੱਧੀਆਂ ਸਿੱਧੀਆਂ ਨਹੀਂ ਜਰੀਆਂ ਜਾਂਦੀਆਂ, ਸਿੱਧ ਲੋਕ ਆਪਣੀਆਂ ਰਿੱਧੀਆਂ ਸਿੱਧੀਆਂ ਦੀ ਨੁਮਾਇਸ਼ ਕਰਦੇ ਰਹੇ, ਪਰ ਗੁਰਮੁਖ ਪਿਆਰੇ ਉਹਨਾਂ ਨੂੰ ਜਰ ਲੈਂਦੇ ਨੇ। ਔਰ ਜਿਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਸੋਧਿਆ ਹੋਇਆ ਪਾਰਾ ਥੋੜਾ ਜਿਹਾ ਸ਼ਟਾਂਗ ਜਿੰਨਾ ਖਾ ਲਿਆ ਜਾਵੇ ਤੇ ਹਾਥੀ ਦੇ ਨਾਲ ਮੁਕਾਬਲਾ ਕਰਨ ਦਾ ਬਲ ਆ ਜਾਂਦਾ ਹੈ। ਇਸੇ ਪ੍ਰਕਾਰ ਮਨ ਰੂਪੀ ਪਾਰਾ ਜਦੋਂ ਸਾਧ ਸੰਗਤ ਜੀ ਸੋਧ ਲਿਆ ਜਾਂਦਾ ਹੈ ਤੇ ਸੋਧੇ ਹੋਏ ਮਨ ਤੋਂ ਕਿਣਕਾ ਮਾਤਰ ਜੇ ਕਿਤੇ ਸਾਨੂੰ ਸਿੱਖਿਆ ਪ੍ਰਾਪਤ ਮਿਲ ਜਾਵੇ, ਅਗਿਆਨ ਰੂਪੀ ਹਾਥੀ ਦੇ ਨਾਲ ਬਲ ਜੋ ਜੰਗ ਕਰਨ ਦਾ, ਯੁੱਧ ਕਰਨ ਦਾ, ਮੁਕਾਬਲਾ ਕਰਨ ਦਾ ਉਹਦੇ ਵਿੱਚ ਬਲ ਆ ਜਾਂਦਾ ਹੈ। ਤੇ ਜਿਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਸੋਧਿਆ ਹੋਇਆ ਪਾਰਾ ਕਹਿੰਦੇ ਜੇ ਕਿਸੇ ਕੜੀ ਤੇ ਪਾ ਦਿੱਤਾ ਜਾਵੇ ਤੇ ਚਾਂਦੀ ਬਣ ਜਾਂਦੀ ਹੈ, ਤੇ ਜੇ ਕਿਸੇ ਤਾਂਬੇ ਤੇ ਪਾ ਦਿੱਤਾ ਜਾਵੇ ਤੇ ਸੋਨਾ ਬਣ ਜਾਂਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਕਲੀਆਂ ਰੂਪ ਜਗਿਆਸੂ ਜਦੋਂ ਬ੍ਰਹਮ ਗਿਆਨੀ ਮਹਾਪੁਰਖ ਜਿਨ੍ਹਾਂ ਨੇ ਆਪਣੇ ਮਨ ਨੂੰ ਸੋਧਿਆ ਹੋਇਆ ਹੈ, ਉਹਨਾਂ ਦੇ ਕੋਲ ਆ ਕੇ ਜਾਚਨਾ ਕਰਦੇ ਨੇ ਤੇ ਸਾਧ ਸੰਗਤ ਜੀ ਉਹਨਾਂ ਦੇ ਕਲੀਆਂ ਰੂਪੀ ਮਨ ਤੋਂ ਸਾਧ ਸੰਗਤ ਜੀ ਜੋ ਨੇ ਚਾਂਦੀ ਬਣ ਜਾਂਦੇ ਨੇ। ਇਸ ਪ੍ਰਕਾਰ ਅਧਿਕਾਰੀ ਲੋਕ ਜਦੋਂ ਮਹਾਪੁਰਖਾਂ ਦੇ ਕੋਲ ਆ ਕੇ ਨਿਮਰਤਾ ਦੇ ਨਾਲ ਬੇਨਤੀਆਂ ਕਰਦੇ ਨੇ ਤੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਰੂਪ ਸੋਨਾ ਬਣ ਜਾਂਦੇ ਨੇ। ਅਕਾਲ ਪੁਰਖ ਦੇ ਵਿੱਚ ਤੇ ਉਹਨਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਫਰਕ ਨਹੀਂ ਰਹਿ ਜਾਂਦਾ। ਐਸਾ ਸਾਧ ਸੰਗਤ ਜੀ ਮਨ ਰੂਪੀ ਪਾਰਾ ਜੋ ਹੈ ਇਹ ਸ਼ੁੱਧ ਹੋ ਜਾਂਦਾ ਹੈ। ਤੋ ਇਸ ਤਰ੍ਹਾਂ ਦੇ ਨਾਲ ਮਨ ਜਿਹੜਾ ਹੈ ਸ਼ੁੱਧ ਹੋਇਆ ਮਨ ਹੀ ਟਿਕਦਾ ਹੈ।
कच्चा पारा नहीं टिकदा, और इसी प्रकार कच्चा मन रूपी पारा भी नहीं टिकदा। जिन्हां दे मन साध संगत जी पारे की तरह शुद्ध हो जाते हैं, जिन्हां ते सतगुरां दी और अकाल पुरख की कृपा हो जाती है, फिर उन्हां दा मन टिक जाता है। तो सतगुरु महाराज जी दे वचन ने कि सत संगत साध पाई वड भागी, मन चलता भयो पुरूड़ा। ਵੱਡਿਆਂ ਭਾਗਾਂ ਦੇ ਨਾਲ ਸਾਧ ਸੰਗਤ ਦੀ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ, ਔਰ ਸਤ ਸੰਗਤ ਦੇ ਵਿੱਚ ਬੈਠਿਆਂ ਹੋਇਆਂ ਉਸ ਹਰੀ ਅਕਾਲ ਪੁਰਖ ਦੀ ਪ੍ਰਾਪਤੀ ਕਰਨ ਵਾਲਾ ਇਹ ਮਨ ਬਣ ਜਾਂਦਾ ਹੈ, ਔਰ ਇਹ ਮਨ ਜੋ ਹੈ ਟਿਕ ਜਾਂਦਾ ਹੈ। तो सतगुरु महाराज सच्चे पातशाह जी गुरबाणी द्वारा अनेकों ही शब्दों द्वारा सानू उपदेश दे करके निहाल करते हैं। तो आप सतगुरु महाराज जी का शब्द सरवण किया है, तो सतगुर आयो शरण तुहारी। तो सतगुरु अर्जन देव महाराज सच्चे पातशाह पंचम पिता उस हरि अकाल पुरख वाहिगुरु के चरणों के विच बेनतियां करते हैं कि हे हरि अकाल पुरख वाहिगुरु मैं आप जी की शरण दे विच आया। तो साध संगत जी शरण दे विच हरेक मनुख जांदा है, किसी ना किसी की शरण, किसी ना किसी की ओट, किसी ना किसी का आसरा जरूर लैंदा है। पर सतगुरु महाराज जी वचन करते हैं कि हे सतगुरु नानक देव महाराज, हे पिता गुरु रामदास महाराज सच्चे पातशाह जी, मैं आप जी की शरण दे विच आया। हुण साध संगत जी प्रश्न हुंदा है, ये सवाल हुंदा कि गुरु महाराज जी की संगत दे विच जा करके की प्राप्त हुंदा है। ते सतगुरु महाराज जी वचन करदे मिलै सुख नाम हर शोभा चिंता लाहे हमारी। महाराज कहंदे गुरु महाराज जी की संगत ऐसी है, गुरु महाराज जी के चरणों दे विच जाके सुख प्राप्त हुंदा है। सुख की प्राप्ति वास्ते दुनिया दौड़ती फिरती है, तो ऐसी मनुख की दौड़ लगी हुई है कि सब दुनिया का सुख मेरी झोली दे विच पै जावे। किसी ने कहा कि माया नूं कमाउण दे विच ही सुख है, किसी ने कह लिया कि दुनिया के पदार्थां नूं इकट्ठिया करन दे विच ही सुख है, किसी ने विषय रस दे विच सुख मन्निया। और साध संगत जी असली सुख सतगुरु महाराज सच्चे पातशाह जी के नाम के नाल बाणी के नाल जुड़न दे नाल है। सुख नाही बहुत है धन खाटे, सुख नाही पेखै निरत नाटे, सुख नाही बहु देश कमाए, सर्व सुखा गुण हर हर गाए। महाराज जी इत्थे स्पष्ट करते हैं कि बहुता धन खटन दे नाल भी सुख प्राप्त नहीं हुंदा, और दुनिया के जिहड़े नाच गाने इन्हां नूं वेखण दे नाल इन्हां दे विच मन परचाउण दे नाल भी सुख प्राप्त नहीं हुंदा, और बहुतियां देशां दे विच जाके कमाई करन दे नाल भी सुख प्राप्त नहीं हुंदा। तो महाराज कहंदे सारे सुख प्राप्त हो जाते हैं जदों गुरु महाराज जी की शरण दे विच बैठ के उस हरि अकाल पुरख वाहिगुरु दे गुण गाए जाते हैं। सतगुरु महाराज जी ने इत्थों तक वचन कह दिते ने, सुख नाही रे हर भगत बिना। उस हरि अकाल पुरख वाहिगुरु की भगती तो बिना सुख प्राप्त हो ही नहीं सकता। तो इस करके महाराज जी ने उस सुख की गल की है कि महाराज सतगुरु नानक देव महाराज पिता और गुरुदेव गुरु रामदास महाराज सच्चे पातशाह जी, मैं आप जी की शरण दे विच आया, और आप जी की शरण दे विच आके मैनू सुख प्राप्त होया कि जो दुनिया के पदार्थां नूं सर्व माया नूं पा के सुख प्राप्त नहीं हुंदा, वो चैन वो आराम मैनू आप जी की संगत दे विचों प्राप्त होया। मिले सुख नाम हर शोभा। और गुरु महाराज जी की शरण दे विच जिथे नाम जो सुख मिलता है, उथे महाराज कहते नाम नहीं मिलता है। नाम की प्राप्ति भी गुरु की संगत दे विच जुड़न दे नाल ही है। फिर महाराज जी कहते शोभा, तो शोभा वास्ते अपनी वडियाई वास्ते भी जीव बड़े यतन करता है कि इस तरह की नाल महाराज हो जावे कि जिस पासे नूं जावां 10-12 जीव मेरे अगे होण, 10-12 पीछे होण, बड़ी जय जयकार होवे, लोग कहण कि फलाना सिंह बहुत चंगा है। तो इस तरह के नाल शोभा लोचदे ने। पर महाराज कहंदे तू गुरु की शरण दे विच आ,
तो ऐसा जो है तेनू नाम भी मिल जाएगा, तेनू सुख भी मिल जाएगा, तेनू सुख स्वरूप परमेश्वर की प्राप्ति भी हो जाएगी और तेनू शोभा भी मिल जाएगी। ते शोभा भी महाराज कहते ऐसी हो जाएगी, ऐसी शोभा जनै की जेवट हर प्रताप है। जिस तरह के नाल हरि अकाल पुरख का प्रताप, उस तरह के नाल साध संगत जी हरि अकाल पुरख वाहिगुरु के जना की शोभा हो जाती है। ब्रह्म ज्ञानियां महापुरखों की शोभा होंदी है। ब्रह्म ज्ञानी अपने आप नूं महापुरख बड़ा लुका के रखते ने, पर रतन लुकाया लुकै नाही। जिस तरह के नाल रतन हीरे जवाहरात लुके नहीं रहिंदे, इसे प्रकार हर का भगत प्रगट नहीं छपै। महाराज कहते हरि अकाल पुरख वाहिगुरु दा भगत संत गुरमुख प्यारा ब्रह्म ज्ञानी वो भी छपिया नहीं रहिंदा और लोक परलोक दे विच उहदी शोभा छा जाती है। तो महाराज कहते ऐसी शोभा गुरु महाराज जी की शरण दे विच आके सानू प्राप्त होंदी है। फिर महाराज कहते मिलै सुख नाम हर शोभा चिंता लाहे हमारी। तो महाराज कहते हरि अकाल पुरख वाहिगुरु तेरी और तेरे सरगुण स्वरूप सतगुरु नानक देव महाराज जी की संगत, सतगुरु महाराज जी की शरण जो है ये साडियां तमाम चिंतावां नूं दूर कर देंदी है। तो चिंता साध संगत जी महाराज कहते चिंतत ही दीसै सब कोय, तो चेता एक तही सुख होए। तो सारी दुनिया दे विच महाराज कहते निगाह मार के वेख लईए ते सब दुनिया चिंता दे विच है, सब दुनिया नूं फिक्र है। आपां साध संगत जी सवेर दा प्रशादा छक के बहिने आ ते शाम दा फिक्र पै जांदा है, ते शाम दा प्रशादा आपां छक के सौने आ ते सवेर दे प्रशादे दा फिक्र हुंदा है सवेरे की बनाया जावे। और गरीब लोग साध संगत जी उन्हां दा इह फिक्र हुंदा है कि असीं किस तरह दे नाल किवें सानूं प्रशादा प्राप्त होवेगा। तो इस तरह दे नाल इह चिंता लगी रहिंदी है। पर सतगुरु महाराज जी कहते ऐसा अकाल पुरख वाहिगुरु सारियां दी चिंता कर रहा है। तो महाराज गुरु अंगद देव महाराज सच्चे पातशाह जी वचन करते ने नानक चिंता मत करहो चिंता तिस ही है, जल मह जंत उपायन तिना पिरोजी दे, ओथै हट न चलई ना को किरस करे, सौदा मूल ना होवई ना को लय न दे, विच उपायन सायरा तिना पे सार करे, नानक चिंता मत करहो चिंता तिस ही है। तो महाराज कहते चिंता तू खाण पीण की चिंता ना कर, तू विषय रस भोगण की चिंता ना कर, तू माया धन की चिंता ना कर। इस गल की चिंता कर केवल कि मैं संसार दे विच नाम जपण वास्ते परमेश्वर की प्राप्ति वास्ते आया, तो मैनूं उस वाहिगुरु की प्राप्ति किवें होवे, उस वाहिगुरु दे नाल मेरी एकता किवें होवे, इस गल की तेरे मन दे विच चिंता रहनी चाहिए है। महाराज कहते उस हरि अकाल पुरख वाहिगुरु नूं चिंता है। ओ वाहिगुरु जल दे विच परमेश्वर ने जीव पैदा कीते ने, जल मह जंत उपायन तिना पिरोजी दे, उन्हां दे ताई भी परमेश्वर वाहिगुरु रिजक दे रहा है। इथों तक महाराज ने वचन कर दिते ने सैल पत्थर मह जंत उपाय ताका रिजक आगे कर धरिया। गुरु अर्जन देव महाराज जी कहते सैल जो सैल पत्थर ने उन्हां दे विच भी परमेश्वर वाहिगुरु ने जीव पैदा कीते ने और उन्हां दा रिजक भी परमेश्वर वाहिगुरु ने उन्हां पत्थरां दे विच पैदा कीता है। संत ज्ञानी सुंदर सिंह जी महापुरख खालसा पिंडरां वाले धारीवाल पंजाब दे विच साध संगत जी अपने सिखां दे नाल गुरमुख प्यारिਆਂ विद्यार्थियों दे नाल चले जा रहे ने। उत्थे साध संगत जी नहर की खुदाई हो रही है, छोटी नहर की। तो एक साध संगत जी सिल निकली है, तो जानी जान महापुरख कहन लगे सिल नूं तोड़िया जावे। जदों तोड़िया गया साध संगत जी उहदे विचों एक कीड़ा निकलिया है, तो वेख्या गया ते उहदे कीड़े दे मूँह दे विच कुछ है। तो महापुरख कहन लगे वेखो इहदे कीड़े दे मूँह दे विच की है। तो सिखां ने वेख के दस्सिया, विद्यार्थी कहन लगे महापुरख शक्कर दा किणका कीड़े दे मूँह दे विच है। उस वेले साध संगत जी संत ज्ञानी सुंदर सिंह जी महापुरख
ਧਾਰੀਵਾਲ ਦੀ ਨਹਿਰ ਦੇ ਉੱਪਰ ਖਲੋਤਿਆਂ ਹੋਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾ ਕਰਕੇ ਚੇਤੇ ਕਰਦਿਆਂ ਹੋਇਆ ਕਹਿਣ ਲੱਗੇ, ਧੰਨ ਗੁਰੂ ਮਹਾਰਾਜ ਆਪ ਜੀ ਦੇ ਬਚਨ ਸਤ ਨੇ ਕਿ ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾ ਰਿਜਕ ਆਗੇ ਕਰ ਧਰਿਆ। ਇਹ ਸੱਚ ਹੈ ਕਿ ਸਿਰ ਪੱਥਰਾਂ ਦੇ ਵਿੱਚ ਵੀ ਤੂੰ ਜੀਵ ਜੰਤੂ ਪੈਦਾ ਕੀਤੇ ਨੇ ਔਰ ਉਹਨਾਂ ਦਾ ਰਿਜਕ ਵੀ ਤੂੰ ਉਹਨਾਂ ਦੇ ਮੂੰਹ ਦੇ ਵਿੱਚ ਪਾਇਆ ਹੋਇਆ ਹੈ। ਐਸਾ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਬੜਾ ਵੱਡਾ ਪ੍ਰਬੰਧ ਹੈ। ਤੋ ਮਹਾਰਾਜ ਕਹਿੰਦੇ ਜਲ ਮਹਿ ਜੰਤੋ ਪਾਇਨ ਤਿਨਾ ਪਿਰੋਜੀ ਦੇ, ਜਲ ਦੇ ਵਿੱਚ ਪੱਥਰਾਂ ਦੇ ਵਿੱਚ ਜੀਵ ਪੈਦਾ ਕੀਤੇ ਉਹਨਾਂ ਦੇ ਤਾਈ ਰੋਜੀ ਦਿੰਦਾ ਹੈ। ਫਿਰ ਮਹਾਰਾਜ ਕਹਿੰਦੇ ਐਸਾ ਵੀ ਬਚਨ ਹੈ, ਉਥੇ ਹੱਟ ਨਾ ਚੱਲਈ ਨਾ ਕੋ ਕਿਰਸ ਕਰੇ। ਕਹਿੰਦੇ ਨਾ ਉੱਥੇ ਕੋਈ ਹੱਟ ਚੱਲਦੀ ਹੈ, ਨਾ ਕੋਈ ਕਿਸੇ ਤਰ੍ਹਾਂ ਦਾ ਸੌਦਾ ਹੁੰਦਾ ਹੈ, ਨਾ ਕੋਈ ਮਿਹਨਤ ਕਰਦਾ ਹੈ, ਨਾ ਕੋਈ ਕਿਸਾਨੀ ਕਰਦਾ ਹੈ। ਤੋ ਸੌਦਾ ਮੂਲ ਨਾ ਹੋਵਈ ਨਾ ਕੋ ਲਏ ਨਾ ਦੇ, ਨਾ ਸੌਦਾ ਹੁੰਦਾ ਨਾ ਕੋਈ ਲੈਣ ਦੇਣ ਹੈ। ਪਰ ਸਾਧ ਸੰਗਤ ਜੀ ਜਲਾਂ ਦੇ ਵਿੱਚ ਵੀ ਜੀਵ ਪਲ ਰਹੇ ਨੇ, ਉਹ ਪਰਮੇਸ਼ਰ ਵਾਹਿਗੁਰੂ ਪਾਲਣਾ ਕਰ ਰਿਹਾ ਹੈ। ਤੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਵਿੱਚ ਉਪਾਇਨ ਸਾਇਰਾ ਤਿਨਾ ਪਿਸਾਰ ਕਰੇ। ਸਾਇਰਾਂ ਦੇ ਵਿੱਚ ਸਮੁੰਦਰਾਂ ਦੇ ਵਿੱਚ ਜੀਵ ਪੈਦਾ ਕੀਤੇ ਨੇ, ਉਹਨਾਂ ਦੀ ਸਾਰ ਉਹਨਾਂ ਦੀ ਖਬਰ ਲੈ ਰਿਹਾ ਹਰੀ ਅਕਾਲ ਪੁਰਖ ਵਾਹਿਗੁਰੂ। ਇਸ ਕਰਕੇ ਚਿੰਤਾ ਨਾ ਕਰ ਹੈ ਜੀਵ, ਚਿੰਤਾ ਤਿਸ ਹੀ ਹੈ। ਉਸ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਚਿੰਤਾ ਹੈ। ਤੂੰ ਕੇਵਲ ਚਿੰਤਾ ਇਸ ਗੱਲ ਦੀ ਕਰਨੀ ਹੈ ਕਿ ਮੈਂ ਜਮਾਂ ਤੋਂ ਕਿਵੇਂ ਮੁਕਤ ਹੋਣਾ ਹੈ। 84 ਲੱਖ ਦੇ ਵਿੱਚ ਮੈਂ ਭਟਕਦਾ ਫਿਰਦਾ, ਇਹਦੇ ਤੋਂ ਕਿਵੇਂ ਨਿਜਾਤ ਮਿਲੇ, ਮੈਨੂੰ ਕਿਵੇਂ ਛੁਟਕਾਰਾ ਮਿਲੇ। ਤੋ ਮਹਾਰਾਜ ਕਹਿੰਦੇ ਗੁਰੂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਇਆ, ਜਿੱਥੇ ਸੁੱਖ ਮਿਲਦਾ ਹੈ, ਨਾਮ ਮਿਲਦਾ ਹੈ, ਸੋਭਾ ਮਿਲਦੀ ਹੈ, ਉੱਥੇ ਚਿੰਤਾ ਵੀ ਲੱਥਦੀ ਹੈ। ਤੇ ਇਸ ਕਰਕੇ ਮਹਾਰਾਜ ਕਹਿੰਦੇ ਆਵਰ ਨਾ ਸੂਝੈ ਦੂਜੀ ਠਾਹਰ ਹਾਰ ਪਰਿਓ ਤਉ ਦੁਆਰੀ। ਮਹਾਰਾਜ ਕਹਿੰਦੇ ਐਸਾ ਹੋਰ ਕੋਈ ਵੀ ਠਾਹਰ ਨਾਮ ਹੈ ਟਿਕਣ ਦਾ, ਟਿਕਾਣੇ ਦਾ, ਡੇਰੇ ਦਾ ਜਾਂ ਜਗ੍ਹਾ ਦਾ। ਤੋ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਨੇ ਕਿ ਹੋਰ ਕਿਸੇ ਪਾਸੇ ਵੀ ਟਿਕਾਣਾ ਨਹੀਂ ਮਿਲਦਾ। ਇਸ ਕਰਕੇ ਮੈਂ ਆਪ ਜੀ ਦੇ ਦਰ ਤੇ ਆਇਆ, ਆਪ ਜੀ ਦੇ ਦਰ ਨੂੰ ਪ੍ਰਾਪਤ ਹੋਇਆ। ਆਪ ਮੇਰੇ ਦਰ ਤੇ ਪਿਆ ਹੋਇਆਂ ਦੀ ਲਾਜ ਰੱਖਿਓ। ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸਜਣ ਸੁਹੇਲੇ, ਰਾਖੋ ਰਾਖਨ ਹਾਰ ਦਇਆਲਾ ਨਾਨਕ ਕਰਕੇ ਗੋਲੇ। ਤੋ ਮਹਾਰਾਜ ਕਹਿੰਦੇ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ ਔਰ ਆਪ ਜੀ ਦੀ ਹੀ ਮਨ ਦੇ ਵਿੱਚ ਆਸਾ ਹੈ। ਤੋ ਤੁਮ ਹੀ ਸਜਣ ਸੁਹੇਲੇ, ਤੁਸੀਂ ਮੇਰੇ ਲੋਕ ਪਰਲੋਕ ਦੇ ਸੱਜਣ ਔਰ ਲੋਕ ਪਰਲੋਕ ਦਾ ਸੁਖ ਦੇਣ ਵਾਲੇ ਹੋ। ਇਸ ਕਰਕੇ ਰਾਖੋ ਰਾਖਨ ਹਾਰ ਦਇਆਲਾ। ਤੋ ਹੇ ਰੱਖਿਆ ਕਰਨ ਵਾਲੇ ਦਇਆਲੂ ਸਰੂਪ ਪਰਮੇਸ਼ਰ ਔਰ ਪਰਮੇਸ਼ਰ ਦੇ ਸਰਗੁਣ ਸਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ, ਗੁਰੂ ਰਾਮਦਾਸ ਪਾਤਸ਼ਾਹ ਜੀ ਸਾਡੀ ਰੱਖਿਆ ਕਰੋ। ਅਸੀਂ ਆਪ ਜੀ ਦੇ ਘਰ ਦੇ, ਤੇਰੇ ਘਰ ਦੇ ਗੋਲੇ ਆ, ਤੇਰੇ ਘਰ ਦੇ ਦਾਸ ਹਾਂ। ਇਸੇ ਪ੍ਰਕਾਰ ਸਗਲ ਦੁਆਰ ਕਉ ਛੱਡ ਕੇ ਗਹਿਓ ਤੁਹਾਰੋ ਦੁਆਰ, ਵਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇਸ ਤਰ੍ਹਾਂ ਦੇ ਨਾਲ ਬੇਨਤੀਆਂ ਕੀਤੀਆਂ ਜਾਣ ਤੇ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਹੁੰਦੀ ਹੈ। ਜਿੱਥੇ ਸਾਧ ਸੰਗਤ ਜੀ ਅਸੀਂ ਹੋਰ ਦਰਾਂ ਨੂੰ ਛੱਡਣਾ, ਪਰ ਹੋਰ ਸਾਧ ਸੰਗਤ ਜੀ ਸਾਰੇ ਧਰਮ ਸਤਿਕਾਰਯੋਗ ਨੇ। ਹਿੰਦੂ ਧਰਮ ਵੀ ਸਤਿਕਾਰਯੋਗ ਹੈ, ਮੁਸਲਮਾਨ ਧਰਮ ਵੀ ਸਤਿਕਾਰਯੋਗ ਹੈ, ਈਸਾਈ ਧਰਮ ਵੀ ਸਤਿਕਾਰਯੋਗ ਹੈ। ਇਹਨਾਂ ਦੇ ਪੈਰੋਕਾਰ, ਇਹਨਾਂ ਦੇ ਪੈਗੰਬਰ, ਇਹਨਾਂ ਦੇ ਮੋਢੀ ਦੇਵਤੇ ਉਹ ਵੀ ਸਤਿਕਾਰਯੋਗ ਨੇ। ਪਰ ਗੁਰੂ ਕੇ ਸਿੱਖ ਨੇ ਸਤਿਕਾਰ ਸਾਰਿਆਂ ਦਾ ਕਰਨਾ ਹੈ। ਕੇਵਲ ਪ੍ਰੇਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਔਰ ਗੁਰੂ ਕੀ ਬਾਣੀ ਦੇ ਨਾਲ ਕਰਨਾ ਹੈ। ਤੋ ਇਸ ਕਰਕੇ ਸਾਰੀਆਂ ਜਗ੍ਹਾ ਸਭ ਨੂੰ ਆਪੋ ਆਪਣੇ ਧਾਮ ਮੁਬਾਰਕ ਹੋਣ। ਹਿੰਦੂਆਂ ਨੂੰ ਆਪਣੇ ਮੰਦਿਰ ਮੁਬਾਰਕ ਨੇ, ਮੁਸਲਮਾਨਾਂ ਨੂੰ ਮਸੀਤਾਂ ਮੁਬਾਰਕ ਹੋਣ ਔਰ ਈਸਾਈਆਂ ਨੂੰ ਉਹਨਾਂ ਦੇ ਚਰਚ ਗਿਰਜਾ ਘਰ ਮੁਬਾਰਕ ਹੋਣ। ਮਹਾਰਾਜ ਮੈਂ ਤੇ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ ਔਰ ਆਪ ਜੀ ਦਾ ਦਾਸ ਬਣਿਆ। ਤੋ ਕਿਰਪਾ ਕਰਕੇ ਬਾਹੇ ਗਹੇ ਕੀ ਲਾਜ ਅਸ, ਮੇਰੀ ਬਾਹ ਫੜੇ ਦੀ ਲਾਜ ਰੱਖਿਓ। ਮੈਂ ਆਪ ਜੀ ਦਾ ਦਾਸ ਬਣ ਕੇ ਆਇਆ। ਜਿੱਥੇ ਸਾਧ ਸੰਗਤ ਜੀ ਦੂਜੇ ਦੁਨੀਆ ਦੇ ਦਰਾਂ ਨੂੰ ਛੱਡਣਾ ਔਰ ਗੁਰੂ की टेक लेके गुरु की बाह फड़नी है, गुरु का पल्ला पकड़ना और अपनी बाह गुरु ਨੂੰ ਪਕੜਾਉਣੀ ਹੈ। ਇਸੇ ਪ੍ਰਕਾਰ ਦੁਨੀਆ ਦੇ ਦੁਆਰੇ, ਅੰਤਰੀਵ ਦੁਆਰੇ ਜਿਹੜੇ ਕਾਮ ਦਾ ਦੁਆਰਾ, ਕ੍ਰੋਧ ਦਾ ਦੁਆਰਾ, ਲੋਭ ਦਾ ਦੁਆਰਾ, ਮੋਹ ਦਾ, ਹੰਕਾਰ ਦਾ ਦੁਆਰਾ, ਇਹਨਾਂ ਦਰਾਂ ਨੂੰ ਛੱਡਦਿਆਂ ਹੋਇਆ ਆਪਣੀ ਮਨ ਰੂਪੀ
बांह भी गुरु महाराज नूं पकड़ाउणी है और इस तरह दे नाल फिर बेनती करनी, महाराज सगल द्वार का छड्ड के गयो तुहारो द्वार। महाराज मैं काम क्रोध लोभ मोह अहंकार शब्द स्पर्श रूप रस गंध हंगता ममता करता भुगता इन्हां सारियां दे दरां नूं छड्ड के आप जी दे दर नूं पकड़िया और अपनी बांह आप जी दे किरपा रूपी हाथ दे विच पकड़ाई है। तो महाराज कृपा करो हुण मेरी बांह फड़े दी, मेरी मन रूपी बांह पकड़े दी लाज रखियो। तो मैं आप जी दे दर दे विच आया। इस करके महाराज जी कहते आवर ना सूझै दूजी ठाहर हार करियो तो द्वारी। महाराज होर कोई टिकाणा नहीं, सुझदा नहीं। तो इस प्रकार मैं हारदा होया थक के जो है आप जी दे दर ते आया। फिरत प्रभ आया परया तव शरण आए, नानक की प्रभ बेनती अपनी भगती लाए। इस तरह दे नाल फिरदा होया मैं आप जी दे दर ते आया। और इसी प्रकार जिस तरह दे नाल दुनिया दे दरां ते मैं फिरिया, इसे प्रकार 84 लाख जूना दे विच इन्हां दरां दे उपर भी मैं फिरिया हां। तो कई जन्म पए कीट पतंगा, कई जन्म गजमीन कुरंगा, कई जन्म पंखी सर्प होयो, कई जन्म हैवर वृख जोयो। मिल जगदीश मिलन की बरिया, चिरंकाल यह देह संजरिया। तो साध संगत जी जूना रूपी द्वारियां ते तुरदियां फिरदियां नो कई जन्म पतंगे बने, कई जन्म सप बने, कई जन्म हिरन बने, कई जन्म सानू मछलियां डडूआं दे मिले। उस तो बाद ये साध संगत जी चिरंकाल यह देह संजरिया। तो ये सानू देह प्राप्त हुई है उस हरि अकाल पुरख वाहिगुरु नूं प्राप्ति दी। तो इस करके महाराज जी वचन करते ने कि मैं फिरदा फिरदा आप जी दे दर ते आया। आवर ना सूझै दूजी ठाहर हार परियो तो द्वारी। फिरत बहुते जुग हारियो मानस देह लई, नानक कहत मिलन की बरिया सिमरत कहा नहीं। तो ऐसा साध संगत जूना दे विच फिरदियां नूं सानू ये मनुखा शरीर प्राप्त होया है। ते गुरु महाराज सच्चे पातशाह जी वचन कर रहे ने गुरु अर्जन देव महाराज कि महाराज होर कोई टिकाणा नहीं सुझदा, हार परियो तो द्वारी। इस करके हार के मैं आप जी दे दर ते आ गया। लेखा छोड़ अलेखा छूटा है, हम निर्गुण लेहो उबारी। तो महाराज जी इत्थे वचन करते ने महाराज जे लेखे दे विच पा लवोगे, हिसाब किताब दे विच पावोगे, फिर नहीं असीं छुट सकांगे। क्योंकि पैर पैर ते असीं गलतियां करदे हां, पैर पैर ते असीं औगणां दे विच ग्रसे हां, औगण ने साडे विच। ते इस करके महाराज लेखा कतह ना छूटीए, खिल खिल भूलन हार, बख्शन हार बख्श लै नानक पार उतार। तो महाराज जी वचन कर रहे ने कि लेखे दे विच नहीं छुट सकदे। इस करके हमरी गणत ना गणियां काई, अपना बिरद पछाण। महाराज साडे औगणा नूं ना गिणन लग जिओ किते। आप जी दा जिहड़ा बिरद है, जो आप जी दा सुभाअ, आप जी दे दर आए दी रखिया करनी, किरपा रूपी हरथ सिर ते रखना और अभेद निश्चय रूपी कंठ दे नाल लाना, ये आप जी दा बिरद है। तो इस तरह दे नाल किरपा करियो। जे औगणा दी गल करिए ते महाराज जेता समुंद सागर नीर भरिया, तेते औगण हमारे, दया करो किश मेहर उपावह, डुबदे पत्थर तारे, जियड़ा अग्न बराबर तपै, भीतर बगै काती, प्रणवत नानक हुक्म पछाणै, सुख होवै दिन राती। तो महाराज कहते जिवें समुंदर दे विच नीर भरिया होया, इस तरह साडे शरीर रूपी समुंदर दे विच औगणा रूपी पानी भरिया होया है। तो महाराज बेनतियां कर रहे ने लेखा छोड़। महाराज लेखे नूं छड्ड दिओ, लेखे दे विच ना पिओ, अलेखा छूटा है। क्योंकि अलेखे दे विच पै के असीं छुट सकांगे। तो साध संगत जी परमेश्वर दी मौज है, जो हिसाब किताब करन ते आ जावे ते एक तिल मात्रा दा रत्ती दा जिहड़ा हिसाब करदा है, ते जो परमेश्वर बख्शिशां करन ते आ जावे ते ओहदियां रहमतां भी बहुत ने, ओहदियां बख्शिशां भी बहुत हो जांदियां ने। तो इस करके महाराज लेखा छोड़ अलेखा छूट है, हम निर्गुण लेहो उबारी। हम साध संगत जी जिथे साडे वास्ते शब्द वरतिया जांदा है, उत्थे हम दा अर्थ हुंदा तमाम।
तो सतगुरु महाराज जी साडे तमाम सिखां वालों अरदास बेनती हरि अकाल पुरख दे सतगुरु नानक देव महाराज जी के चरणों दे विच करदे ने। हम निर्गुण महाराज असीं ते औगुणा तो हीणे आ, कृपा करके हम निर्गुण लिहो उबारी। तो कृपा करके सानू कलयुग के भयानक समय तो बचा लो, सानू उबार लेना करो, सानू बचा लेना करो। सदबख सिंध सदा मेहरबाना, सबना दे आधारी। गुरसिख संगतां ने पूछया महाराज सतगुरु नानक देव महाराज जी कैसे ने? हरि अकाल पुरख वाहिगुरु कैसा है? ते गुरु अर्जन देव महाराज जी कहन लगे सदबख सिंध सदा मेहरबाना। ओ परमेश्वर सदा ही बख्शिशां करन वाला है, सदा ही ओ परमेश्वर मेहरबानी करन वाला है, सबना दे आधारी। ते सारियां नूं परमेश्वर वाहिगुरु आधार दा नाम है आसरे दा। तो परमेश्वर सारियां नूं आसरा देंदा है। नानक दास संत पाछै परियो, राख लिहो एह बारी। सतगुरु महाराज जी अपने वल्लों और गुरसिखां वल्लों बेनती करदे ने नानक दास संत पातशाह परियो। ये संत पिता गुरु रामदास महाराज सच्चे पातशाह जी आप जी दे पिछे होए असीं, आप जी दे उपदेश नूं असीं धारण कीता है। तो कृपा करके राख लिहो एह बारी। ये बारी ये जिहड़ा समा है ये वार है, यह तेरा अवसर, यही तेरी बार। ये साध संगत जी वारी जो मनुखा शरीर दी है। तो महाराज कहते सानू रख लेना करो, सानू बचा लेना करो। कृपा करो नाम दा किणका साडे हिरदे दे विच वसा दिओ, जिस दे नाल साडा लोक और परलोक सुहेला हो जावे। तो साध संगत जी सतगुरु महाराज सच्चे पातशाह जी दे शब्द दी विचार सी। गुरु महाराज जी कृपा करन सतगुरां दा ये शब्द उपदेश साडे हिरदे दे विच वस जावे। असीं भी गुरु ग्रंथ साहिब महाराज सच्चे पातशाह जी दे सन्मुख हो करके बेनतियां करिए महाराज सतगुर आयो शरण तुहारी, मेरा सूख नाम हर शोभा चिंता लाहे हमारी। कि हे सतगुरु गुरु ग्रंथ साहिब महाराज सच्चे पातशाह जी असीं आप जी दी शरण दे विच आए आ, गुरमत दे धारनी बने हा। कृपा करो आप जी दे दर तो सुख नाम शोभा प्राप्त होवे ते साडियां तमाम चिंतावां नूं ला देवो, आप जी दे नाम दे नाल जुड़ जाइए। तो ऐसा साध संगत जी तुरकी बाणी दा उपदेश से गुरु महाराज जी कृपा करन रहमत करन सतगुरां दा उपदेश साडे हिरदे दे विच वसे। तो साध संगत जी असीं गुरु वाले बणीए जिन्हां ने अमृत छकिया तो सतगुरां दीयां खुशियां प्राप्त कर रहे ने, गुरु की कृपा दे प्रेम दे पात्र बने ने। ते जिन्हां ने साध संगत जी अजे नहीं छकिया आपको अपना मान साध संगत जी बनाओ, गुरु के चरणों दे नाल जुड़िए, गुरु की अमोलक दात तो अमृत नूं छकीए। तो जिहदे नाल साडा लोक और परलोक सुहेला होना है। अमृत पीवहो सदा चिर जीवहो, हर सिमरत अंत अनंता, रंग तमाशा पूर्ण आशा, कब है ना व्यापै चिंता। तो महाराज कहते जेड़े अमृत नूं छक लैंदे ने और अमृत दे अनुसार अपना जीवन ढाल लेंगे, चढ़दी कला दे नाल बतीत करते हैं और चिर जींदे रहिंदे भाव काफी लंबा समा दुनिया ते जिउंदे ने। तो महापुरख साध संगत जी जिन्हां ने कमाईयां कीतियां ने उन्हां ने साध संगत जी बड़ा समा उन्हां नूं जीवन मिलदा है। तो साध संगत जी सतयुग दे भगत प्रहलाद जी होए ने, ध्रुव जी होए ने, वेखो कितना लंबा उन्हां दा जन्म हो गया है, अजे तक उन्हां नूं चेते कीता जांदा है। और इसे प्रकार अनेका ही महापुरख सतगुरां दे दसे मार्ग ते चलण वाले उन्हां महापुरखां नूं भी अज भी याद कीता जांदा है। तो साध संगत जी सदा वास्ते दुनिया ते अमर ने। एहो महाराज कहते अमृत पीवह सदा चिर जीवह, हर सिमरत अनंद अनंता। तो महाराज कहते सदा वास्ते जीवन वाले हो जावो, हरि अकाल पुरख दा नाम रूपी अमृत और पंजा प्यारियां तो खंडे बाटे दा अमृत छक लेना करो ते अनंत जो है आनंद की प्राप्ति हो जाएगी। ऐसा सतगुरु महाराज तुरकी बाणी का उपदेश, गुरु की बाणी का सानू सुनेहा है। सतगुरु महाराज जी कृपा करन तो साध संगत जी जो समा बख्शिश होया सी उस समय की प्राप्ति है। तो इतनी क सेवा प्रवान करो।
ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਲੈਣ ਕਰਦੇ, ਕਿਉਂਕਿ ਧੁਰਕੀ ਬਾਣੀ ਅਗਾਧ ਬੋਧ ਹੈ। ਗੁਰਬਾਣੀ ਦੇ ਅਰਥ ਕਰਦੇ ਆ, ਗੁਰਬਾਣੀ ਦੇ ਪ੍ਰਮਾਣ ਲਾਉਂਦੇ ਆ। ਤੁਸ਼ ਬੁੱਧੀ ਦੇ ਕੋਲੋਂ ਅਨੇਕਾਂ ਭੁੱਲਾਂ ਗਲਤੀਆਂ ਹੋਣੀਆਂ ਸੁਭਾਵਕ ਨੇ। ਸਤਿਗੁਰੂ ਜੀ ਕਿਰਪਾ ਕਰਨ ਬਖਸ਼ ਲੈਣ, ਔਰ ਗੁਰੂ ਕੀ ਸੰਗਤ ਵੀ ਬਖਸ਼ਣ ਯੋਗ ਹੈ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਆਪ ਵਸਦਾ ਹੈ। ਆਪ ਨੇ ਵੀ ਕਿਰਪਾ ਕਰਕੇ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਣੀ ਔਰ ਅਸੀਸ ਬਖਸ਼ਣੀ। ਅੱਗੋਂ ਵਾਸਤੇ ਹੋਰ ਵੀ ਸ਼ੁੱਧ ਪ੍ਰੇਮ ਸ਼ਰਧਾ ਵੈਰਾਗ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਗੁਰੂ ਕੀ ਬਾਣੀ ਗੁਰੂ ਕੇ ਇਤਿਹਾਸ ਦੀ ਵਿਚਾਰਾਂ ਕੀਤੀਆਂ ਜਾਣ ਤਾਂ ਦਿਓ ਅਸੀਸ। ਫਤਿਹ ਬੁਲਾਉਂਦਿਆਂ ਹੋਇਆਂ ਸਮਾਪਤੀ ਕਰੀਏ ਜੀ। ਤੋ ਬਖਸ਼ੋ ਅਸੀਸ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।